Good afternoon, students. Now let us continue with the story The Holy Panchayat by Premchand. So now let us continue with it. So ਇੱਥੋਂ ਦੇਖੋ, we had read about the ill treatment meted out to the ox by Samju. So Samju was a trader and he was only interested in his profits, and therefore he did not treat the ox well. ਉਹਨੂੰ ਖਾਣ ਨੂੰ ਨਹੀਂ ਦਿੰਦਾ ਸੀਗਾ, ਉਹਨੂੰ ਬਸ ਉਹਦੇ ਅੱਗੇ ਤੂੜੀ ਸੁੱਟ ਦਿੰਦਾ ਸੀ, ਮੰਡੀ ਉਹਨੂੰ ਬਾਰ-ਬਾਰ ਉਹਨੂੰ ਮਾਰਕੀਟ ਲੈ ਕੇ ਜਾਂਦਾ ਸੀ. ਸੋ ਹੀ ਵਾਸ ਟ੍ਰੀਟਡ ਵੈਰੀ ਬੈਡਲੀ. ਹੁਣ ਇਹਨੂੰ ਦੇਖੋ ਇੱਥੋਂ ਦੀ let us start. We are on page number 62. Page number 61 देखो इनो, last para, page number 61. At Algu's house the ox had been looked after well with fresh water to drink. So ਇੱਥੇ ਉਹਦਾ ਬਹੁਤ ਮਾੜਾ ਹਾਲ ਹੋ ਗਿਆ, ਪਰ ਅਲਗੂ ਦੇ ਘਰ ਜਿਹੜਾ ਔਕਸ ਸੀਗਾ ਉਹਦਾ ਬਹੁਤ ਸੇਵਾ ਹੁੰਦੀ ਸੀ, ਬਹੁਤ ਦੇਖਭਾਲ ਹੁੰਦੀ ਸੀ, ਉਹਨੂੰ ਹਮੇਸ਼ਾ ਤਾਜ਼ਾ ਪਾਣੀ ਪੀਣ ਨੂੰ ਮਿਲਦਾ ਸੀ. ਅਪਾਰਟ ਫਰੋਮ ਫੋਡਰ ਇਟ ਵਾਸ ਗਿਵਨ ਗ੍ਰੇਨ ਐਂਡ ਈਵਨ ਅ ਟੱਚ ਆਫ ਘੀ. ਸੋ ਉਹਨੂੰ ਚਾਰੇ ਤੋਂ ਇਲਾਵਾ, ਫੋਡਰ ਕੀ ਹੁੰਦਾ, ਜਿਹੜਾ ਉਹਨੂੰ ਚਾਰਾ ਪਾਇਆ ਜਾਂਦਾ ਸੀ, ਸੋ ਇਸ ਤੋਂ ਇਲਾਵਾ ਉਹਨੂੰ ਕਦੀ ਦਾਣਾ ਵੀ ਮਿਲ ਜਾਂਦਾ ਸੀ, ਉਹਨੂੰ ਦਾਣਾ ਵੀ ਪਾਇਆ ਜਾਂਦਾ ਸੀ, ਔਰ ਈਵਨ ਉਹਨੂੰ ਕਈ ਵਾਰੀ ਉਹਨੂੰ ਥੋੜ੍ਹਾ ਜਿਹਾ ਘਿਓ ਵੀ ਖਾਣ ਨੂੰ ਦਿੱਤਾ ਜਾਂਦਾ ਸੀ. ਮਾਰਨਿੰਗ ਐਂਡ ਈਵਨਿੰਗ ਇਟ ਵਾਸ ਕਲੀਨਡ ਐਂਡ ਮਸਾਜਡ. ਸੋ ਸਵੇਰੇ ਸ਼ਾਮ ਉਹਨੂੰ ਸਫਾਈ, ਉਹਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਜਾਂਦਾ ਸੀ, ਮਾਲਿਸ਼ ਉਹਦੀ ਕੀਤੀ ਜਾਂਦੀ ਸੀ. ਇਟਸ ਕੰਫਰਟੇਬਲ ਪਾਸਟ ਹੈਡ ਗਿਵਨ ਵੇ ਟੂ ਅ ਲਾਈਫ ਆਫ ਟੋਰਚਰ. ਸੋ ਕਿੱਥੇ ਤਾਂ ਉਹ ਜਿਹੜਾ ਵਿਚਾਰਾ ਔਕਸ ਸੀ ਉਹ ਇੰਨਾ ਜ਼ਿਆਦਾ ਕੰਫਰਟੇਬਲ ਸੀ, ਔਰ ਕਿੱਥੇ ਉਹਦਾ ਜਿਹੜਾ ਉਹਦਾ ਹੁਣ ਉਹਦੀ ਲਾਈਫ ਸੀ ਉਹ ਕੀ ਸੀਗੀ, ਤਸੀਹਾਂ ਨਾਲ ਭਰੀ ਹੋਈ ਸੀ. ਇਟ ਵਾਜ਼ ਅ ਲਾਈਫ ਆਫ ਟੋਰਚਰ ਫॉर ਹਿਮ. ਇਟ ਬਿਕੇਮ ਹਾਫ ਇਟਸ ਸਾਈਜ਼. ਸੋ ਇਟ ਗॉट ਰਿਡਿਊਸਡ ਇਨ ਸਾਈਜ਼, ਮਾੜਾ ਹੋ ਗਿਆ, ਅੱਧਾ ਰਹਿ ਗਿਆ. ਐਂਡ ਇਟਸ ਬੋਨਸ ਸਟਕ ਆਊਟ, ਔਰ ਉਹਦੀਆਂ ਇਵਨ ਹੱਡੀਆਂ ਦਿਖਣ ਲੱਗ ਪਈਆਂ. ਦ ਵੈਰੀ ਸਾਈਟ ਆਫ ਦ ਕਾਰਟ ਫਿਲਡ ਇਟ ਵਿਦ ਡਰੈਡ. ਸੋ ਜਦੋਂ ਉਹ ਦੇਖਦਾ ਸੀ ਕਾਰਟ ਨੂੰ, ਜਿੱਦਾਂ ਹੀ ਉਹ ਗੱਡੇ ਨੂੰ ਦੇਖਦਾ ਸੀ, ਦੇਖਦੇ ਸਾਰੀ ਉਹ ਬਹੁਤ ਜ਼ਿਆਦਾ ਜਿਹੜਾ ਔਕਸ ਸੀਗਾ ਉਹ ਡਰ ਜਾਂਦਾ ਸੀ. ਡਰੈਡ ਦਾ ਮਤਲਬ ਹੈ ਕਿ ਹੁੰਦਾ ਗ੍ਰੇਟ ਫੀਅਰ, ਐਕਸਟ੍ਰੀਮ ਫੀਅਰ. ਐਵਰੀ ਸਟੈਪ ਇਟ ਟੁੱਕ ਵਾਸ ਡਿਫਿਕਲਟ. ਸੋ ਉਹਦੇ ਵਾਸਤੇ ਹਰ ਕਦਮ ਜਿਹੜਾ ਚੱਕਣਾ ਸੀ ਉਹ ਕੀ ਸੀ, ਬਹੁਤ ਹੀ ਮੁਸ਼ਕਿਲ ਸੀ, ਕਿਉਂਕਿ ਬਹੁਤ ਥੱਕ ਗਿਆ ਸੀ. ਐਂਡ ਸਿੰਸ ਇਟ ਵਾਜ਼ ਅ ਪੈਡੀਗਰੀ ਔਕਸ ਇਟ ਕੁਡ ਨਾਟ ਟੋਲਰੇਟ ਬੀਇੰਗ ਬੀਟਨ. ਕਿਉਂਕਿ ਉਹ ਇੱਕ ਖਾਸ ਨਸਲ ਦਾ ਔਕਸ ਸੀਗਾ, ਖਾਸ ਹੀ ਤਰ੍ਹਾਂ ਨਾਲ ਰੱਖਿਆ ਗਿਆ ਸੀਗਾ. ਉਹ ਇੱਕ ਅਵਾਰਾ ਔਕਸ ਨਹੀਂ ਸੀ ਜਿਹਨੇ ਕਿ ਇੱਦਾਂ ਦਾ ਵਰਤਾਵ ਦੇਖਿਆ ਹੋਵੇ. ਸੋ ਕਿਉਂਕਿ ਉਹਨੂੰ ਹਮੇਸ਼ਾ ਹੀ ਬੜੀ ਵਧੀਆ ਤਰ੍ਹਾਂ ਰੱਖਿਆ ਗਿਆ ਸੀ, ਕਿਉਂਕਿ ਉਹ ਇੱਕ ਨਸਲ ਦਾ ਨਸਲੀ ਸੀਗਾ. ਸੋ ਇਸ ਕਰਕੇ ਉਹਦੇ ਕੋਲੋਂ ਇੱਦਾਂ ਦਾ ਜਿਹੜਾ, ਜਦੋਂ ਉਹਨੂੰ ਮਾਰਿਆ ਜਾਂਦਾ ਸੀ ਤਾਂ ਉਹਦੇ ਕੋਲੋਂ ਸਹਿਨ ਨਹੀਂ ਹੁੰਦਾ ਸੀ ਜਿਹੜਾ ਔਕਸ ਸੀਗਾ. ਸੋ ਹੁਣ ਦੇਖੋ ਇਹਨੂੰ, ਪੇਜ ਨੰਬਰ 62. One day while making his fourth trip, Samju overloaded the cart. ਸੋ ਇੱਕ ਦਿਨ ਜਦੋਂ ਚੌਥਾ ਟ੍ਰਿਪ, ਜਦੋਂ ਦਿਨ 'ਚ ਤਿੰਨ ਵਾਰੀ ਉਹਨੂੰ ਮਾਰਕੀਟ ਲੈ ਕੇ ਜਾ ਚੁੱਕਾ ਸੀ, ਜਦੋਂ ਉਹਨੇ ਚੌਥੀ ਵਾਰੀ ਉਹਨੂੰ ਆਪਣੇ ਗੱਡੇ ਦੇ ਅੱਗੇ ਬੰਨਿਆ ਤੇ ਉਹਨੂੰ ਲੈ ਕੇ ਜਾਣ ਲੱਗਾ, Samju overloaded the cart. ਸੋ ਇੱਕ ਦਿਨ ਉਹ ਜਦੋਂ ਚੌਥੀ ਵਾਰੀ ਚੱਕਰ ਲਗਾ ਰਿਹਾ ਸੀ ਮੰਡੀ ਦਾ, ਮਾਰਕੀਟ ਦਾ, ਤਾਂ ਉਹਨੇ ਕੀ ਕੀਤਾ, ਉਹਨੇ ਓਵਰਲੋਡ ਜਿਹੜਾ ਗੱਡਾ ਸੀ ਉਹਦੇ 'ਤੇ ਬਹੁਤ ਜ਼ਿਆਦਾ ਸਮਾਨ ਰੱਖ ਲਿਆ. ਦ ਪੂਅਰ ਐਨੀਮਲ ਵਾਜ਼ ਟਾਇਰਡ ਆਫਟਰ ਦ ਲੌਂਗ ਡੇ. ਸੋ ਵਿਚਾਰਾ 3 ਚੱਕਰ ਲਗਾ ਚੁੱਕਾ ਸੀਗਾ ਜਿਹੜਾ ਵਿਚਾਰਾ ਜਾਨਵਰ ਸੀ, ਔਰ ਉਹ ਬਹੁਤ ਥੱਕਿਆ ਹੋਇਆ ਸੀ. ਇਟ ਕੁਡ ਬੇਅਰਲੀ ਲਿਫਟ ਇਟਸ ਫੀਟ. ਸੋ ਉਹਦੇ ਕੋਲ ਆਪਣੇ ਪੈਰ ਵੀ ਨਹੀਂ ਚੱਕੇ ਜਾ ਰਹੇ ਸੀ. ਸਮਝੂ ਬਿਗੈਨ ਟੂ ਵਿਪ ਇਟ ਐਂਡ ਇਟ ਬਿਗੈਨ ਟੂ ਰਨ. ਸੋ ਸਮਝੂ ਨੇ ਉਹਨੂੰ ਚਾਬੁਕ ਮਾਰਨੇ ਸ਼ੁਰੂ ਕਰ ਦਿੱਤੇ, ਤਾਂ ਉਹ ਵਿਚਾਰਾ ਜਿਹੜਾ ਐਨੀਮਲ ਸੀ ਉਹ ਦੌੜਨ ਲੱਗ ਪਿਆ. ਆਫਟਰ ਅ ਫਿਊ ਯਾਰਡਸ ਇਟ ਪੌਜ਼ਡ ਟੂ ਰੈਸਟ. ਸੋ ਕੁਛ ਗਜ਼ ਚੱਲ ਕੇ ਫਿਰ ਉਹ ਜਿਹੜਾ ਜਾਨਵਰ ਸੀ ਉਹਦੇ ਕੋਲ ਅੱਗੇ ਨਹੀਂ ਜਾਇਆ ਜਾ ਰਿਹਾ ਸੀ, ਉਹ ਥੋੜ੍ਹੀ ਦੇਰ ਲਈ ਰੁਕ ਗਿਆ. ਬਟ ਸਮਝੂ ਵਾਜ਼ ਇਨ ਅ ਹਰੀ. ਪਰ ਸਮਝੂ ਜਿਹੜਾ ਸੀ ਉਹ ਬਹੁਤ ਕਾਹਲੀ ਵਿੱਚ ਸੀਗਾ. ਐਂਡ ਹੀ ਬਿਗੈਨ ਟੂ ਬੀਟ ਦ ਐਨੀਮਲ ਮਰਸੀਲੈਸਲੀ. ਸੋ ਉਹਨੂੰ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਦੇ ਨਾਲ
ਬਿਨਾਂ ਤਰਸ ਤੋਂ ਉਹਨੂੰ ਜ਼ੋਰ-ਜ਼ੋਰ ਦੀ ਮਾਰਨ ਲੱਗ ਪਿਆ। ਦ ਪੂਅਰ ਔਕਸ ਅਗੇਨ ਟਰਾਈਡ ਟੂ ਪੁੱਲ ਦ ਕਾਰਟ, ਸੋ ਉਹਨੇ ਦੁਬਾਰਾ ਤੋਂ ਜਿਹੜਾ ਔਕਸ ਸੀਗਾ ਉਹਨੇ ਖਿੱਚਣ ਦੀ ਗੱਡਾ ਖਿੱਚਣ ਦੀ ਕੋਸ਼ਿਸ਼ ਕੀਤੀ, ਬਟ ਇਟਸ ਸਟਰੈਂਥ ਫੇਲਡ ਐਂਡ ਇਟ ਕੋਲੈਪਸਡ ਔਨ ਦ ਗਰਾਊਂਡ। ਪਰ ਉਹਦੀ ਫਿਰ ਤਾਕਤ ਜਿਹੜੀ ਸੀ ਉਹ ਜਵਾਬ ਦੇ ਗਈ ਤੇ ਉਹ ਜ਼ਮੀਨ ਦੇ ਉੱਪਰ ਡਿੱਗ ਪਿਆ। ਦਿਸ ਟਾਈਮ ਇਟ ਵਾਜ਼ ਅਨਏਬਲ ਟੂ ਗੈਟ ਅਪ, ਸੋ ਐਤਕੀ ਵਾਰੀ ਉਹਦੇ ਕੋਲੋਂ ਉੱਠਿਆ ਨਹੀਂ ਗਿਆ। ਸਮਝੂ ਬੈਟ ਇਟ ਅਗੇਨ ਐਂਡ ਅਗੇਨ, ਸੋ ਸਮਝੂ ਉਹਨੂੰ ਬਾਰ-ਬਾਰ ਆਪਣੀ ਚਾਬੁਕ ਨਾਲ ਸੋਟੀ ਨਾਲ ਉਹਨੂੰ ਬਾਰ-ਬਾਰ ਮਾਰ ਰਿਹਾ ਸੀ। ਪੁਲਡ ਇਟਸ ਲੈਗ, ਸੋ ਉਹਦੀ ਲੱਤ ਵੀ ਖਿੱਚੀ ਕਿ ਉੱਠਦਾ ਕਿਉਂ ਨਹੀਂ। ਪੁਸ਼ਡ ਸਮ ਸਟਿਕਸ ਅਪ ਇਟਸ ਨੋਜ਼, ਸੋ ਉਹਦੇ ਨੱਕ ਦੇ ਵਿੱਚ ਵੀ ਉਹਨੇ ਸੋਟੀਆਂ ਵਾੜੀਆਂ, ਬਟ ਟੂ ਨੋ ਇਫੈਕਟ, ਪਰ ਕੋਈ ਵੀ ਅਸਰ ਨਹੀਂ ਹੋਇਆ। ਡੈਡ ਐਨੀਮਲਸ ਡੂ ਨਾਟ ਰਾਈਜ਼ ਬਿਕੋਜ਼ ਦ ਐਨੀਮਲ ਵਾਜ਼ ਡੈਡ ਨਾਓ ਐਂਡ ਡੈਡ ਐਨੀਮਲਸ ਡੂ ਨਾਟ ਗੈਟ ਅਪ। ਸਮਝੂ ਨਾਓ ਗ੍ਰਿਊ ਰੀਅਲੀ ਵਰਿਡ, ਸੋ ਉਹਨੇ ਜਦ ਦੇਖਿਆ ਵੀ ਹਿਲਦਾ ਹੀ ਨਹੀਂ ਪਿਆ ਤਾਂ ਹੀ ਬਿਕੇਮ ਵੈਰੀ ਵਰਿਡ। He looked at the ox carefully, then loosened it from the cart. ਸੋ ਉਹਨੇ ਉਹਨੂੰ ਧਿਆਨ ਨਾਲ ਦੇਖਿਆ, ਫਿਰ ਉਹਨੇ ਗੱਡੇ ਤੋਂ ਉਹਨੂੰ ਰੱਸੀ ਖੋਲ ਦਿੱਤੀ ਉਹਦੀ। He did not know how to get the cart to his house. ਸੋ ਉਹਨੇ ਦੇਖਿਆ ਵੀ ਹੁਣ ਮੈਂ ਇਹਨੂੰ ਉਹਨੇ ਰੱਸੀ ਖੋਲ ਦਿੱਤੀ ਉਹਦੀ, ਤੇ ਕਿਉਂਕਿ ਉਹ ਤਾਂ ਗਿਰਿਆ ਪਿਆ ਸੀ, ਸੋ ਹੁਣ ਉਹਨੂੰ ਇਹ ਨਹੀਂ ਸਮਝ ਆ ਰਹੀ ਸੀ ਕਿ ਆਪਣਾ ਜਿਹੜਾ ਗੱਡਾ ਹੈ ਉਹ ਘਰ ਕਿੱਦਾਂ ਵਾਪਸ ਲੈ ਕੇ ਜਾਵੇ। He shouted and yelled, but there was no one around. ਸੋ ਉਹਨੇ ਬਹੁਤ ਉੱਚੀ ਉੱਚੀ ਆਵਾਜ਼ਾਂ ਮਾਰੀਆਂ ਪਰ ਕੋਈ ਵੀ ਆਸ-ਪਾਸ ਨਹੀਂ ਸੀ। there was also no village nearby, ਕੋਈ ਆਸ-ਪਾਸ ਪਿੰਡ ਨਹੀਂ ਸੀ। he hit the dead animal a few times complaining, ਸੋ ਉਹਨੇ ਮਰੇ ਹੋਏ ਜਾਨਵਰ ਨੂੰ ਵੀ ਉਹਨੇ ਹਿੱਟ ਕੀਤਾ। if you had to die why didn't you wait till you reached home, ਸੋ ਉਹਨੇ ਕੀ ਕਿਹਾ ਕਿ ਜੇ ਮਰਨਾ ਹੀ ਸੀਗਾ ਤਾਂ ਘਰ ਜਾ ਕੇ ਮਰ ਜਾਂਦਾ। now who will pull the cart, ਸੋ ਕੀ ਕਹਿ ਰਿਹਾ ਸੀ ਕਿ ਹੁਣ ਕੌਣ ਗੱਡੇ ਨੂੰ ਖਿੱਚੂਗਾ। The cart had been loaded with several tins of ghee, some of which had been sold, and 250 rupees from the sales were tied in his waistband. So ਜਿਹੜਾ ਗੱਡਾ ਸੀ ਉਹ ਪੂਰੀ ਤਰ੍ਹਾਂ ਦੇ ਨਾਲ ਉਹ ਕਾਫੀ ਉਹਦੇ ਵਿੱਚ ਸਮਾਨ ਪਿਆ ਸੀ, ਉਹਦੇ ਵਿੱਚ ਕਈ ਜਿਹੜੇ ਡੱਬੇ ਸੀ ਘਿਓ ਦੇ ਪਏ ਸੀ, ਕੁਛ ਉਹਨੇ ਵੇਚ ਲਏ ਸੀ ਤੇ ਉਹਦੇ ਕੋਲ 250 ਰੁਪਏ ਵੀ ਪਏ ਸੀਗੇ। ਸੋ ਇਟ ਇਜ਼ ਐਨ ਓਲਡ ਸਟੋਰੀ ਐਂਡ ਨੈਚੁਰਲੀ ਯੂ ਕੈਨ ਇਮੈਜਿਨ ਦੈਟ rupees 250 was a big amount at that time. ਸੋ ਉਹਨੇ ਆਪਣੇ ਵੇਸਟ ਬੈਂਡ ਦੇ ਵਿੱਚ ਉਹਨੇ ਆਪਣੇ ਕਮਰ ਦੇ ਆਸ-ਪਾਸ ਜਿਹੜਾ ਕੱਪੜਾ ਬੰਨਿਆ ਹੋਇਆ ਸੀਗਾ ਉਹਨੇ ਉਹਦੇ ਵਿੱਚ ਕਮਰ ਬੰਦ ਦੇ ਵਿੱਚ ਉਹਨੇ ਉਹ ਪੈਸੇ ਲੁਕਾਏ ਹੋਏ ਸੀ। ਅਪਾਰਟ ਫਰੋਮ ਦਿਸ ਵਰ ਲੋਡਡ ਬੈਗਸ ਆਫ ਸਾਲਟ ਵਿਚ ਹੀ ਕੁਡ ਨਾਟ ਲੀਵ ਅਨਗਾਰਡਡ। ਇਸ ਤੋਂ ਇਲਾਵਾ ਗੱਡੇ ਦੇ ਵਿੱਚ ਹੋਰ ਕੀ ਪਿਆ ਸੀ, ਕੁਛ ਨਮਕ ਦੇ ਬੋਰੇ ਪਏ ਸੀ ਜਿਹੜੇ ਕਿ ਉਹ ਇੱਦਾਂ ਹੀ ਨਹੀਂ ਛੱਡ ਸਕਦਾ ਸੀਗਾ। ਇਨ ਦਾ ਐਂਡ ਹੀ ਡਿਸਾਈਡਡ ਟੂ ਸਪੈਂਡ ਦ ਨਾਈਟ ਇਨ ਦਾ ਕਾਰ, ਸੋ ਉਹਨੇ ਅਖੀਰ 'ਚ ਕੀ ਸੋਚਿਆ ਕਿ ਮੈਂ ਜਿਹੜੀ ਰਾਤ ਹੈ ਉਹ ਮੈਂ ਇੱਥੇ ਹੀ ਕੱਟ ਲੈਣਾ। ਸੋ ਇਨ ਦਾ ਐਂਡ ਹੀ ਡਿਸਾਈਡਡ ਟੂ spend the night there only. He puffed at his hookah, so ਹੁੱਕੇ ਤੇ ਉਹ ਗੁੜਗੁੜਾ ਰਿਹਾ ਸੀਗਾ, ਹੁੱਕੇ ਨੂੰ ਉਹਨੂੰ ਪਫ ਕਰ ਰਿਹਾ ਸੀਗਾ ਉਹਦੇ 'ਚੋਂ। ਸੋ ਹੀ ਵਾਜ਼ ਹੁੱਕਾ ਇਸਤੇਮਾਲ ਕਰ ਰਿਹਾ ਸੀ। sang a song, smoked again and kept trying to keep awake. ਸੋ ਜਾਗੇ ਰਹਿਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿਉਂਕਿ ਉਹਦੇ ਕੋਲ ਸਮਾਨ ਸੀ, ਉਹਦੇ ਕੋਲ ਪੈਸੇ ਸੀ। ਬਟ ਅਲਟੀਮੇਟਲੀ ਹੀ ਡੋਜ਼ਡ ਆਫ, ਪਰ ਉਹਨੂੰ ਪਤਾ ਹੀ ਨਹੀਂ ਲੱਗਾ ਤੇ ਉਹ ਸੌਂ ਗਿਆ। ਵੈਨ ਹੀ ਵੋਕ ਇਨ ਦ ਮੋਰਨਿੰਗ ਹੀ ਫਾਊਂਡ ਹਿਜ਼ ਮਨੀ ਗੋਨ ਅਲੋਂਗ ਵਿਦ ਸੈਵਰਲ ਟਿਨਸ ਆਫ ਆਇਲ। ਜਦੋਂ ਸਵੇਰੇ ਉੱਠਿਆ ਤਾਂ ਚੋਰੀ ਹੋ ਗਈ ਸੀ, ਜਿਹੜੇ ਉਹਨੇ ਆਪਣੇ ਪੈਸੇ ਆਪਣੇ ਕਮਰਬੰਦ 'ਚ ਪਾਏ ਸੀ ਉਹ ਵੀ ਚਲੇ ਗਏ ਤੇ ਕਈ ਹੀ ਡੱਬੇ ਜਿਹੜੇ ਘਿਓ ਦੇ ਉਹ ਵੀ ਗਾਇਬ ਹੋ ਗਏ। ਹੀ ਬੈਟ ਹਿਜ਼ ਹੈਡ ਵਿਦ ਸੋਰੋ ਐਂਡ ਵੈਪਟ, ਸੋ ਉਹਨੇ ਆਪਣੇ ਸਿਰ 'ਤੇ ਹੱਥ ਮਾਰੇ ਦੁੱਖ ਦੇ ਨਾਲ ਤੇ ਉਹ ਰੋਣ ਲੱਗਾ। ਹੀ ਰੀਚਡ ਹੋਮ ਇਨ ਅ ਸਟੇਟ ਆਫ ਸ਼ੌਕ, ਸੋ ਜਦੋਂ ਘਰ ਪਹੁੰਚਿਆ ਤਾਂ ਉਹ ਬਹੁਤ ਜ਼ਿਆਦਾ ਉਸ ਵੇਲੇ ਇੱਕ ਸਦਮੇ ਦੀ ਸਥਿਤੀ ਦੇ ਵਿੱਚ ਸੀਗਾ। ਹੀ ਰੀਚਡ ਹੋਮ ਇਨ He reached home in a state of shock. When his wife heard the bad news, she cried and started abusing Algu Chaudhary. So ਜਦੋਂ ਵਾਈਫ ਨੇ ਪੂਰੀ ਕਹਾਣੀ ਸੁਣੀ ਤਾਂ ਉਹਨੇ ਸਮਝੂ ਦੀ ਵਾਈਫ ਨੇ ਕਿਹਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਸੋ ਸ਼ੀ ਸਟਾਰਟਡ
ਸੋ ਉਹਨੇ ਕਿਹਨੂੰ ਕਰਸ ਕਰਨਾ ਸ਼ੁਰੂ ਕਰਤਾ, ਸਮਝੂ ਦੀ ਵਾਈਫ ਨੇ ਅਲਗੂ ਚੌਧਰੀ ਨੂੰ ਉਹਨੇ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ। She cried and started abusing Algu Chaudhary, that mean fellow। ਕੀ ਕਹਿੰਦੀ ਕਿ ਉਹ ਜਿਹੜਾ ਘਟੀਆ ਵਿਅਕਤੀ ਹੈ, his unlucky ox has ruined us। ਕਿ ਇਹਦੀ ਜਿਹੜਾ ox ਹੈ ਇਹੀ ਕੀ ਸੀਗਾ, ਇਹ ਆਪਣੇ ਨਾਲ ਬਦਕਿਸਮਤੀ ਲੈ ਕੇ ਆਇਆ, ਨੈਸ਼ ਹੈਗਾ। all our lifelong savings have been stolen। ਕਿ ਸਾਡੀ ਸਾਰੀ ਜਿਹੜੀ ਉਮਰ ਦੀ ਕਮਾਈ ਸੀ, ਕੋਈ ਸਾਡਾ ਜਿਹੜਾ ਅਸੀਂ ਬਚਾਇਆ ਹੋਇਆ ਸੀ, they have been stolen। several months went by। ਸੋ ਇਸੇ ਤਰ੍ਹਾਂ ਕਈ ਮਹੀਨੇ ਨਿਕਲ ਗਏ। ਵੈਨ ਐਵਰ ਅਲਗੂ ਡਿਮਾਂਡਡ ਦ ਪ੍ਰਾਈਸ ਆਫ ਦ ਔਕਸ, ਸਮਝੂ ਵੁੱਡ ਰਿਪਲਾਈ ਨੈਸਟੀਲੀ। ਸੋ ਜਦੋਂ ਵੀ ਅਲਗੂ ਫਿਰ ਆਪਣੇ ਪੈਸੇ ਮੰਗਦਾ ਸੀ, ਕਿਉਂਕਿ ਅਲਗੂ ਨੇ ਬੈਲ ਵੇਚਿਆ ਸੀ ਪਰ ਪੈਸੇ ਉਹਨੇ 1 ਮਹੀਨੇ ਸੋਚੇ ਸੀਗੇ, ਸੋ ਪਹਿਲਾਂ ਹੀ ਉਹ ਜਿਹੜਾ ਬੈਲ ਸੀ ਉਹ ਮਰ ਗਿਆ। ਸੋ ਜਦੋਂ ਵੀ ਅਲਗੂ ਆਪਣੇ ਪੈਸੇ ਮੰਗਦਾ ਸੀ, ਸਮਝੂ ਅੱਗਿਓਂ ਦੀ ਬਹੁਤ ਬੁਰੀ ਤਰ੍ਹਾਂ ਜਵਾਬ ਦਿੰਦਾ ਸੀ, ਹੀਅਰ ਵੀ ਹੈਵ ਲੋਸਟ ਆਵਰ ਲਾਈਫ ਸੇਵਿੰਗ। ਸੋ ਕੀ ਕਹਿੰਦਾ ਸੀ, ਸਾਡੀ ਸਾਰੀ ਉਮਰ ਦੀ ਜਿਹੜੀ ਅਸੀਂ ਬਚਾਇਆ ਸੀ ਉਹ ਚੋਰੀ ਹੋ ਗਿਆ। ਐਂਡ ਯੂ ਵਾਂਟ ਮਨੀ ਫॉर ਦ ਔਕਸ, ਔਰ ਤੈਨੂੰ ਪੈਸੇ ਚਾਹੀਦੇ, ਯੂ ਚੀਟਡ ਮੀ, ਯੂ ਗੇਵ ਮੀ ਅ ਸਿਕ ਔਕਸ। ਉਹਨੂੰ ਕੀ ਕਹਿੰਦਾ ਸੀ, ਤੂੰ ਬਿਮਾਰ ਇੱਕ ਬਲਦ ਜਿਹੜਾ ਹੈ ਉਹ ਮੈਨੂੰ ਦੇ ਦਿੱਤਾ, ਮੇਰੇ ਗਲੇ ਬੰਨ੍ਹ ਦਿੱਤਾ। ਯੂ ਐਕਸਪੈਕਟ ਮੀ ਟੂ ਪੇ ਯੂ। ਸੋ ਕਹਿੰਦਾ ਮੈਂ ਤੈਨੂੰ, ਔਰ ਮੈਨੂੰ ਕੀ ਸੋਚਦਾ ਵੀ ਮੈਂ ਤੈਨੂੰ ਪੈਸੇ ਦਊਂਗਾ ਉਲਟਾ। ਡੂ ਯੂ ਟੇਕ ਮੀ ਫॉर ਸਚ ਅ ਫੂਲ, ਕਿ ਮੈਨੂੰ ਤੂੰ ਬੇਵਕੂਫ ਸਮਝਿਆ। ਆਈ ਕਮ ਫਰੋਮ ਅ ਟ੍ਰੇਡਿੰਗ ਫੈਮਿਲੀ। ਸੋ ਕੀ ਕਹਿੰਦਾ ਸੀ, ਮੈਂ ਵਪਾਰੀਆਂ ਦੇ ਪਰਿਵਾਰ 'ਚੋਂ ਹਾਂ। ਐਂਡ ਆਈ ਐਮ ਨੋਟ ਗੋਇੰਗ ਟੂ ਲੈਟ ਯੂ ਫੂਲ ਮੀ, ਕਿ ਮੈਂ ਤੈਨੂੰ ਆਪਣਾ ਬੇਵਕੂਫ ਨਹੀਂ ਬਣਾਉਣ ਦਊਂਗਾ। ਗੋ ਐਂਡ ਵਾਸ਼ ਯੋਰ ਫੇਸ ਇਨ ਅ ਡਰਟੀ ਪਿਟ ਐਂਡ ਦੈਨ ਕਮ ਐਂਡ ਡਿਮਾਂਡ ਮਨੀ ਫਰੋਮ ਮੀ। ਸੋ ਕੀ ਕਹਿੰਦਾ ਸੀ, ਜਾ ਤੂੰ ਚਿੱਕੜ 'ਚ ਮੂੰਹ ਧੋ ਕੇ ਆ ਤੇ ਫਿਰ ਮੇਰੇ ਕੋਲੋਂ ਆ ਕੇ ਪੈਸੇ ਮੰਗ। ਓਕੇ, ਇਫ ਯੂ ਡੋਂਟ ਐਗਰੀ ਵਿਦ ਦਿਸ ਸੁਜੈਸ਼ਨ ਦੈਨ ਯੂ ਕੈਨ ਬੋਰੋ ਮਾਈ ਬੁੱਲ ਐਂਡ ਪਲਾਓ ਯੋਰ ਲੈਂਡ, ਵਾਟ ਮੋਰ ਕੈਨ ਯੂ ਵਾਂਟ। ਸੋ ਕੀ ਕਹਿੰਦਾ ਸੀ ਕਿ ਜੇ ਹੋਰ ਕੁਛ ਨਹੀਂ ਤਾਂ ਚੱਲ ਤੂੰ ਮੇਰਾ ਜਿਹੜਾ ਜਾਨਵਰ ਹੈ ਉਹਨੂੰ ਤੂੰ ਲੈ ਲੈ ਅਤੇ ਆਪਣੇ ਜ਼ਮੀਨ ਨੂੰ ਵਾਹ ਲੈ, ਹੋਰ ਮੈਂ ਤੈਨੂੰ ਕੁਛ ਨਹੀਂ ਸੋ ਉਧਾਰਾ ਦੇ ਸਕਦਾ। ਅਲਗੂ ਹੈਡ ਨੋ ਸ਼ਾਰਟੇਜ ਆਫ ਐਨੀਮੀਜ਼, ਐਟ ਸਚ ਟਾਈਮਸ ਦੇ ਵੁੱਡ ਕਲੈਕਟ ਐਂਡ ਸਾਈਡ ਵਿਦ ਸਮਝੂ। ਸੋ ਅਲਗੂ ਦੇ ਦੁਸ਼ਮਣਾਂ ਦੀ ਪਿੰਡ 'ਚ ਕਮੀ ਨਹੀਂ ਸੀ। ਸੋ ਉਹਨੂੰ ਕੀ ਪਤਾ ਸੀ ਕਿ ਇਸ ਮੌਕੇ 'ਤੇ ਉਹ ਕੀ ਕਰਨਗੇ, ਕਿਹਦੀ ਸਾਈਡ ਲੈਣਗੇ, ਸਮਝੂ ਦੀ ਸਾਈਡ ਲੈਣਗੇ। ਬਟ ਇਟ ਵਾਜ਼ ਨਾਟ ਈਜ਼ੀ ਟੂ ਫੋਰਗੋ 150 ਰੁਪੀਜ਼। ਪਰ ਜਿਹੜੇ ਉਹਨੇ ਵੇਚਿਆ ਸੀਗਾ ਔਕਸ, ਜਿਹੜਾ ਕਿ 150 ਰੁਪਇਆ ਬਣਦਾ ਸੀ, ਸੋ ਕੀ ਸੋਚਦਾ ਸੀ ਕਿ ਮੇਰੀ ਕਿਸੇ ਨੇ ਮੇਰੀ ਸਾਈਡ ਤਾਂ ਨਹੀਂ ਲੈਣੀ ਜੇ ਮੈਂ ਪਿੰਡ 'ਚ ਕਿਹਾ। ਪਰ ਨਾਲ ਹੀ ਉਹਨੂੰ ਕੀ ਲੱਗਦਾ ਸੀ ਕਿ 150 ਰੁਪਏ ਇੱਦਾਂ ਹੀ ਜਾਣ ਦੇਣੇ ਵੀ ਉਹਨੂੰ ਬਹੁਤ ਮੁਸ਼ਕਿਲ ਲੱਗ ਰਿਹਾ ਸੀ, ਬਿਕੋਜ਼ ਇਟ ਵਾਜ਼ ਅ ਬਿਗ ਅਮਾਊਂਟ। ਸੋ ਉਹਨਾਂ ਦਿਨਾਂ ਦੇ ਵਿੱਚ 150 ਰੁਪਇਆ। ਵਨ ਡੇ ਹੀ ਟੂ ਲੋਸਟ ਹਿਜ਼ ਟੈਂਪਰ। ਸੋ ਇੱਕ ਦਿਨ ਉਹ ਵੀ ਗੁੱਸਾ ਖਾ ਗਿਆ, ਜਦੋਂ ਬਾਰ-ਬਾਰ ਜਾਂਦਾ ਸੀ ਇੱਕ ਦਿਨ ਉਹਨੂੰ ਗੁੱਸਾ ਆ ਗਿਆ। ਸਮਝੂਜ਼ ਵਾਈਫ ਐਂਟਰਡ ਦ ਫਰੇ। ਸੋ ਜਿਹੜਾ ਉਹਨਾਂ ਦਾ ਝਗੜਾ ਚੱਲ ਰਿਹਾ ਸੀ ਉਹਦੇ ਵਿੱਚ ਸਮਝੂ ਦੀ ਜਿਹੜੀ ਪਤਨੀ ਸੀ ਉਹ ਵੀ ਬੋਲਣ ਲੱਗ ਪਈ। ਸਮਝੂ ਪਿਕਡ ਅਪ ਅ ਸਟਿਕ। ਸੋ ਸਮਝੂ ਨੇ ਸੋਟੀ ਚੱਕੀ। ਦ ਆਰਗੂਮੈਂਟ ਟਰਨਡ ਵਾਇਲੈਂਟ, ਔਰ ਉਹਨਾਂ ਦੀ ਆਪਸ ਦੇ ਵਿੱਚ ਹੱਥਾਪਾਈ ਹੋਣ ਲੱਗ ਪਈ। ਔਨ ਹੀਅਰਿੰਗ ਦ ਕਮੋਸ਼ਨ, ਕਮੋਸ਼ਨ ਕੀ ਹੈ, ਜਿਹੜਾ ਡਿਸਟਰਬੈਂਸ ਸੀ, ਝਗੜਾ ਸੁਣ ਕੇ, ਪੀਪਲ ਗੈਦਰਡ ਅਰਾਊਂਡ, ਲੋਕ ਇਕੱਠੇ ਹੋ ਗਏ। ਦੇ ਟਰਾਈ ਟੂ ਪੈਸੀਫਾਈ ਦੈਮ। ਸੋ ਉਹਨਾਂ ਨੇ ਉਹਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਫਾਈਨਲੀ ਦ ਵਿਲੇਜਰਸ ਸੁਜੈਸਟਿਡ ਦੈਟ ਦ ਮੈਟਰ ਬੀ ਡਿਸਾਈਡਡ ਇਨ ਅ ਪੰਚਾਇਤ ਐਂਡ ਬੋਥ ਸਮਝੂ ਐਂਡ ਅਲਗੂ ਐਗਰੀਡ। ਸੋ ਫਾਈਨਲੀ ਵਿਲੇਜਰਸ ਨੇ ਕੀ ਕਿਹਾ ਕਿ ਇਹ ਜਿਹੜਾ ਮਾਮਲਾ ਹੈ ਇਹ ਪੰਚਾਇਤ ਵਿੱਚ ਜਾਣਾ ਚਾਹੀਦਾ ਹੈ, ਅਤੇ ਸਮਝੂ ਅਤੇ ਅਲਗੂ ਦੋਨੋਂ ਹੀ ਇਸ ਗੱਲ ਨਾਲ ਸਹਿਮਤ ਹੋ ਗਏ। ਸੋ ਨਾਓ I make an end and we'll continue with this